ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਮਿਦ ਕੁਮਾਰ। ਤਾਂ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਸਾਡਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਤਾਂ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ ਕਰ ਰਹੇ ਹਾਂ। ਪੰਨੂ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਜੀ शुक्रिया अमित, ਤੁਹਾਡੀ ਬਹੁਤ ਮਿਹਰਬਾਨੀ। ਉਹਦੇ ਤੋਂ ਪਹਿਲਾਂ ਕਿ ਤੁਸੀਂ ਕੋਈ ਸਵਾਲ ਕਰੋ, ਮੈਂ ਇੱਕ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਔਰ ਉਹ ਮੁੱਦਾ ਪਿਛਲੇ 3-4 ਦਿਨਾਂ ਤੋਂ ਛਾਇਆ ਪਿਆ। ਉਹ ਮੁੱਦਾ ਇਹ ਹੈ ਕਿ BSF ਦਾ ਜਿਹੜਾ ਦਾਇਰਾ ਅਧਿਕਾਰ ਯਾਨੀ ਉਹਦਾ ਅਧਿਕਾਰ ਖੇਤਰ ਵਧਾਇਆ ਗਿਆ, ਉਹਦੇ ਨਾਲ ਜੁੜਿਆ। ਪਹਿਲਾਂ ਇਹ ਰੌਲਾ ਸੀ ਕਿ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਤੇ ਅਮਿਤ ਸ਼ਾਹ ਹੋਰੀਆਂ ਸਾਰਾ ਕੁਝ ਕਰਦੇ ਪਏ ਨੇ, ਪਰ ਹੁਣ ਕੁਝ ਇਹੋ ਜਿਹੇ ਤੱਥ ਸਾਹਮਣੇ ਆਉਂਦੇ ਆ ਜਿਹਦੇ ਵਿੱਚ ਕਾਂਗਰਸ ਪਾਰਟੀ, ਉਹਦੀ ਡਾਕਟਰ ਮਨਮੋਹਨ ਸਿੰਘ ਵਾਲੀ ਸਰਕਾਰ ਦਾ ਗ੍ਰਹਿ ਮੰਤਰੀ ਉਦੋਂ ਦਾ ਪੀ ਚਿਦੰਬਰਮ, ਇਹ ਸਾਰੇ ਦੇ ਸਾਰੇ ਇਸ ਮਾਮਲੇ 'ਚ ਕਟਹਿਰੇ 'ਚ ਖੜੇ ਹੁੰਦੇ ਪਏ ਨੇ। ਜਿਹੜੇ ਸਬੂਤ ਸਾਹਮਣੇ ਆਏ ਆ, ਮੈਂ ਜਿਹੜਾ ਪਿਛਲਾ ਰਿਕਾਰਡ ਵੇਖਿਆ ਉਹਦੇ ਮੁਤਾਬਕ 2012 ਦੇ ਵਿੱਚ ਮਾਰਚ ਵਿੱਚ ਪੀ ਚਿਦੰਬਰਮ ਨੇ ਪਾਰਲੀਮੈਂਟ ਦੇ ਵਿੱਚ ਬਾਰਡਰ ਸਿਕਿਉਰਿਟੀ ਫੋਰਸਿਸ ਅਮੈਂਡਮੈਂਟ ਬਿੱਲ ਪੇਸ਼ ਕੀਤਾ ਸੀ। ਇਹ ਬਿੱਲ ਪਾਰਲੀਮੈਂਟ ਦੇ ਹੋਮ ਅਫੇਅਰਸ ਦੀ ਕਮੇਟੀ ਵਿੱਚ ਗਿਆ, ਜਿਹਦੇ ਚੇਅਰਮੈਨ ਉਸ ਵਕਤ ਮਿਸਟਰ M ਵੈਂਕਈਆ ਨਾਇਡੂ ਹੁੰਦੇ ਸੀ, ਜਿਹੜੇ ਅੱਜ ਕੱਲ੍ਹ ਰਾਜ ਸਭਾ ਦੇ ਚੇਅਰਮੈਨ ਨੇ ਤੇ ਭਾਰਤ ਦੇ ਉਪ ਰਾਸ਼ਟਰਪਤੀ ਨੇ। ਉਹਦੇ ਤੋਂ ਬਾਅਦ ਇਹ ਬਿੱਲ ਜਦੋਂ ਦੋਵਾਂ ਹਾਊਸਾਂ 'ਚ ਗਿਆ, ਹੈਰਾਨ ਹੋਵਾਂਗੇ ਜਾਣ ਕੇ ਕਿ ਜਿਹੜਾ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ BSF ਦਾ ਦਾਇਰਾ ਅਧਿਕਾਰ ਵਧਾਉਣ ਵਾਸਤੇ ਸਾਰਾ ਜ਼ੋਰ ਲਾ ਰਿਹਾ, ਜਿਹਦੀ ਸਰਕਾਰ ਸਾਰਾ ਜ਼ੋਰ ਲਾ ਰਹੀ ਹੈ, ਉਹ ਉਦੋਂ ਗੁਜਰਾਤ ਦਾ ਮੁੱਖ ਮੰਤਰੀ ਸੀ ਤੇ ਉਹਨੇ ਇਹਦਾ ਵਿਰੋਧ ਕੀਤਾ ਤੇ ਵਿਰੋਧ ਕਰਦਿਆਂ ਇੱਕ ਬਕਾਇਦਾ ਚਿੱਠੀ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਪੀ ਚਿਦੰਬਰਮ ਨੂੰ ਲਿਖੀ ਸੀ ਕਿ ਤੁਸੀਂ ਗਲਤ ਕਰਦੇ ਪਏ ਆ, ਮੈਂ ਇਹਦੇ ਨਾਲ ਸਹਿਮਤ ਨਹੀਂ। ਇਹ ਗੱਲ ਨਰਿੰਦਰ ਮੋਦੀ ਨੇ ਉਦੋਂ ਗਲਤ ਕਹੀ ਤੇ ਅੱਜ ਉਹਦੇ ਵਾਸਤੇ ਠੀਕ ਕਿੱਦਾਂ ਹੋ ਗਈ, ਇਹ ਇੱਕ ਪਾਸਾ ਹੈ। ਦੂਸਰਾ ਪਾਸਾ ਹੈ ਕਿ ਅੱਜ ਪੰਜਾਬ ਦੇ ਵਿੱਚ ਕਾਂਗਰਸ ਵਾਲੇ ਕਹਿੰਦੇ ਆ ਕਿ ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ, ਅਸੀਂ ਇਹਦਾ ਵਿਰੋਧ ਕਰਦੇ ਹਾਂ, ਅਸੀਂ ਭਾਰਤ ਸਰਕਾਰ ਨਾਲ ਸਹਿਮਤੀ ਨਹੀਂ ਦਿੱਤੀ ਕਿ BSF ਦਾ ਦਾਇਰਾ ਅਧਿਕਾਰ ਵਧਾਓ। ਪਰ ਜਿਹੜਾ ਸਵਾਲ ਉਹਨਾਂ ਦੇ ਸਾਹਮਣੇ ਆ ਉਹ ਇਹ ਕਿ ਜਦੋਂ ਰਾਜ ਸਭਾ ਦੇ ਵਿੱਚ ਮਾਰਚ 2012 ਦੇ ਵਿੱਚ ਪੀ ਚਿਦੰਬਰਮ ਕਾਂਗਰਸ ਦੇ ਹੋਮ ਮਿਨਿਸਟਰ ਨੇ ਬਿੱਲ ਪੇਸ਼ ਕੀਤਾ ਸੀ, ਉਹਦੇ 'ਚ ਉਹਨੇ ਆਖਿਆ ਸੀ ਕਿ ਜਿਹੜੀ BSF ਹੈ, ਇਹਦੀਆਂ ਡਿਊਟੀਜ਼ ਰੇਂਜਿੰਗ ਫਰਮ ਇੰਟਰਨਲ ਸਿਕਿਉਰਿਟੀ ਟੂ ਕਾਊਂਟਰਿੰਗ ਲੈਫਟ ਵਿੰਗ ਐਕਸਟ੍ਰੀਮਿਜ਼ਮ ਔਰ ਨਾਰਥ ਈਸਟ ਇੰਸਰਜੈਂਸੀ ਟੂ ਟੈਕਲਿੰਗ ਕਮਿਊਨਲ ਰਾਈਟਸ and natural calamities, even though its charter limited to mandate to border areas notified from time to time under section 139, ਇੱਕ ਵਾਰੀ ਫਿਰ ਧਿਆਨ ਕਰਿਓ 139 ਜਿਹਦਾ ਮੈਂ ਕੱਲ ਜ਼ਿਕਰ ਕੀਤਾ ਸੀ, ਆਫ ਦਾ BSF Act 1968, ਇਹਨਾਂ ਦੋਵਾਂ ਚੀਜ਼ਾਂ ਦਾ ਜ਼ਿਕਰ ਮੈਂ ਕੱਲ ਕੀਤਾ ਸੀ। ਉਦੋਂ ਪੀ ਚਿਦੰਬਰਮ ਨੇ ਪਾਰਲੀਮੈਂਟ ਦੇ ਵਿੱਚ ਆਖਿਆ ਸੀ ਕਿ ਇਹਦੇ ਨਾਲ ਜਿਹੜੀ ਪ੍ਰੋਵੀਜ਼ਨ ਆ needed in the BSF Act to give the force powers to search, seize and arrest in the hinterland so as to ensure its operational effectiveness। ਉਦੋਂ ਇਹ ਕਹਿੰਦੇ ਸੀ ਕਿ ਇਹਦੀ ਇਫੈਕਟਿਵਨੈਸ, ਇਹਦਾ ਅਸਰ, ਇਹਦੀਆਂ ਤਾਕਤਾਂ ਵਧਾਉਣੀਆਂ ਜ਼ਰੂਰੀ ਨੇ, ਜਿਹਦੇ ਵਿੱਚ ਕਿਸੇ ਵੀ ਥਾਂ ਤੇ ਤਲਾਸ਼ੀ ਲੈ ਸਕਣ, ਕੁਝ ਜ਼ਬਤ ਕਰ ਸਕਣ, ਕਿਸੇ ਬੰਦੇ ਨੂੰ ਇਹ ਗ੍ਰਿਫਤਾਰ ਕਰ ਸਕਣ। ਉਦੋਂ ਚਿਦੰਬਰਮ ਨੇ ਇਹ ਵੀ ਆਖਿਆ ਸੀ ਪਾਰਲੀਮੈਂਟ 'ਚ, ਕਾਂਗਰਸ ਦੇ ਲੀਡਰ ਨੇ, ਕਿ ਸਾਨੂੰ ਇਹੋ ਜਿਹੀਆਂ ਪਾਰਲੀਮੈਂਟ ਦੇ ਵਿੱਚ ਸਾਰੀਆਂ ਚੀਜ਼ਾਂ ਚਾਹੀਦੀਆਂ ਜਿਹੜੀਆਂ BSF ਨੂੰ enabling provisions already existed in the acts governing CRPF, ITBP and SSB। ਉਹਨੇ ਕਿਹਾ ਸੀ ਜਿਹੜੀਆਂ ਤਾਕਤਾਂ CRP ਦੇ ਕੋਲ ਨੇ ਦੇਸ਼ ਦੇ ਅੰਦਰ ਕਿਤੇ ਵੀ ਕਾਰਵਾਈ ਕਰਨ ਦੀਆਂ, ਇੰਡੋ ਤਿਬਤਨ ਬਾਰਡਰ ਪੁਲਿਸ ਦੇ ਕੋਲ ਨੇ, SSB ਕੋਲ ਨੇ, ਤਿੰਨੇ ਪੈਰਾਮਿਲਟਰੀ ਫੋਰਸਿਸ ਆ, ਜਿਹੜੀਆਂ ਤਾਕਤਾਂ ਇਹਨਾਂ ਦੇ ਕੋਲ ਨੇ ਦੇਸ਼ ਦੀ ਅੰਦਰਵਾਰ ਕਾਰਵਾਈ ਕਰਨ ਦੀਆਂ, ਉਹ ਸਾਰੀ ਅੰਦਰੂਨੀਆਂ ਤਾਕਤਾਂ ਜਿਹੜੀਆਂ ਨੇ ਉਹ ਇਹਨੂੰ BSF ਨੂੰ ਵੀ ਦੇਣੀਆਂ ਜ਼ਰੂਰੀ ਨੇ। ਉਦੋਂ ਚਿਦੰਬਰਮ ਨੇ ਆਪ ਖੁਦ ਇਹ ਪਾਰਲੀਮੈਂਟ 'ਚ ਦੱਸਿਆ ਸੀ ਕਿ 29 ਸਟੇਟਸ ਨੂੰ ਅਸੀਂ ਭੇਜਿਆ, ਉਹਦੇ 'ਚੋਂ 13 ਨੇ ਇਹਦੀ ਸਹਿਮਤੀ ਦਿੱਤੀ। ਇੱਕ ਸਿਰਫ ਛੋਟੀ ਜਿਹੀ ਸਟੇਟ ਹੈ ਸਿੱਕਮ, ਉਹਨੇ ਇਹਦਾ ਵਿਰੋਧ ਕੀਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਪੰਜਾਬ ਸਰਕਾਰ, ਅੱਜ ਅਕਾਲੀ ਕਹਿੰਦੇ ਆ ਕਿ ਆਹ ਕਰਤਾ ਉਹ ਕਰਤਾ, ਉਸ ਵਕਤ ਅਕਾਲੀ ਭਾਜਪਾ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਔਰ ਅਕਾਲੀ ਦਲ ਨੇ ਇਸ ਚਿੱਠੀ ਦਾ ਮੁੜ ਕੇ ਰਿਮਾਈਂਡਰ ਭੇਜਣ ਦੇ ਬਾਵਜੂਦ ਕੋਈ ਜਵਾਬ ਨਹੀਂ ਸੀ ਦਿੱਤਾ, ਜਿਹੜਾ ਵਿਰੋਧ ਅੱਜ ਕੀਤਾ ਜਾ ਰਿਹਾ। ਉਦੋਂ ਜਦੋਂ ਕਾਂਗਰਸ ਪਾਰਟੀ ਕਰਦੀ ਸੀ, ਇਹ ਕਰਦੇ ਤੇ ਘੱਟੋ ਘੱਟ ਰਿਕਾਰਡ ਤੇ ਆਇਆ ਹੁੰਦਾ, ਇਹਨਾਂ ਨੇ ਵੀ ਵਿਰੋਧ ਨਹੀਂ ਸੀ ਕੀਤਾ। ਔਰ ਕਮਾਲ ਦੀ ਗੱਲ ਇਹ ਆ ਕਿ ਅੱਜ ਤ੍ਰਿਣਮੂਲ ਕਾਂਗਰਸ ਫਸੀ ਪਈ ਆ।
ਬੀਬੀ ਮਮਤਾ ਬੈਨਰਜੀ ਇਸ ਗੱਲ ਤੋਂ ਗੁੱਸੇ ਹੈ ਕਿ ਉਹਦੇ 7 ਜ਼ਿਲ੍ਹੇ ਪੂਰੇ ਦੇ ਵਿੱਚ ਆ ਜਾਣੇ 50 ਕਿਲੋਮੀਟਰ ਵਾਲੀ ਹੱਦ 'ਚ, 5 ਜ਼ਿਲ੍ਹੇ ਹੋਰ ਆਉਂਦੇ ਆ, ਉੱਥੋਂ ਦੀਆਂ 294 ਵਿਧਾਨ ਸਭਾ ਸੀਟਾਂ ਨੇ, ਅੱਧ 147 ਬਣਦਾ, ਪਰ ਇਹਦੇ ਵਿੱਚੋਂ 148 ਜਾਣੀ ਅੱਧ ਤੋਂ ਵੀ ਇੱਕ ਵੱਧ ਇੰਨੀਆਂ ਸੀਟਾਂ ਪੱਛਮੀ ਬੰਗਾਲ ਦੀਆਂ ਇਸ ਨਵੇਂ ਐਕਟ ਦੇ ਅੰਡਰ ਆ ਜਾਣੀਆਂ, ਜਿੱਥੇ ਜਦੋਂ ਮਰਜ਼ੀ ਜਾ ਕੇ BSF ਕਾਰਵਾਈ ਕਰ ਸਕਦੀ ਹੈ। ਅੱਗੇ ਮਮਤਾ ਬੈਨਰਜੀ ਤੰਗ ਹੈ ਇਸ ਕਰਕੇ ਕਿ CBI, ਇਨਕਮ ਟੈਕਸ, ਐਨਫੋਰਸਮੈਂਟ ਡਾਇਰੈਕਟੋਰੇਟ, ਇਹਨਾਂ ਦੇ ਨਾਲ ਫਿਰ NIA ਇਹ ਛਾਪੇ ਮਾਰਦੀਆਂ ਨੇ। ਹੁਣ ਇਹਨਾਂ ਦੇ ਛਾਪਿਆਂ ਦੇ ਨਾਲ ਨਵਾਂ ਸਿਆਪਾ BSF ਦੀ ਇਸ ਕਾਰਵਾਈ ਦੇ ਨਾਲ ਵੀ ਉਹਨੂੰ ਪੈਣ ਦਾ ਡਰ ਹੈ। ਪਰ ਸਵਾਲ ਇਹ ਹੈ ਕਿ ਜਦੋਂ ਇਹ ਸਭ ਕੁਝ ਹੁੰਦਾ ਪਿਆ ਸੀ, ਉਦੋਂ ਹੁੰਦੇ ਤਾਂ ਉਸ ਵਕਤ ਮਮਤਾ ਬੈਨਰਜੀ ਨੇ ਵੀ ਇਹਦਾ ਵਿਰੋਧ ਨਹੀਂ ਸੀ ਕੀਤਾ। ਇਹ ਅੱਗੇ ਵੀ ਕਈ ਵਾਰ ਵੇਖਿਆ ਕਿ ਜਿਹੜੀਆਂ ਗੱਲਾਂ ਦਾ BJP ਵਿਰੋਧ ਕਰਦੀ ਸੀ, ਅੱਜ ਸਰਕਾਰ ਚਲਾਉਂਦਿਆਂ ਉਹਨੂੰ ਲਾਗੂ ਕਰਦੀ ਹੈ, ਤੇ ਜਿਹੜੇ ਸਰਕਾਰ ਚਲਾਉਂਦਿਆਂ ਲਾਗੂ ਕਰਦੇ ਸੀ ਅੱਜ ਵਿਰੋਧ ਚ ਆ ਕੇ ਵਿਰੋਧ ਕਰਦੇ ਪਿਆ। ਇਹਦਾ ਮਤਲਬ ਕਿ ਕਾਂਗਰਸੀ ਹੋਣ ਜਾਂ BJP ਵਾਲੇ, ਅਕਾਲੀ ਹੋਣ ਜਾਂ ਤ੍ਰਿਣਮੂਲ ਕਾਂਗਰਸ ਵਾਲੇ, ਇਹ ਸਾਰੇ ਹੀ ਇਸ ਮਾਮਲੇ ਦੇ ਵਿੱਚ ਇੱਕੋ ਜਿਹੇ ਨੇ ਕਿ ਮੌਕਾ ਵੇਖ ਕੇ ਵਿਰੋਧ ਕਰਦੇ ਆ, ਮੌਕਾ ਵੇਖ ਕੇ ਹਮਾਇਤ ਕਰਦੇ ਆ। ਦੇਸ਼ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਇਸ ਮੁੱਦੇ ਦੇ ਉੱਤੇ ਸਾਰੀ ਗੱਲ ਸਾਹਮਣੇ ਆਉਣੀ ਚਾਹੀਦੀ ਆ ਕਿ ਕਿਹੜੀ ਕੀ ਪਾਰਟੀ ਦਾ ਕੀ ਰੋਲ ਸੀ, ਤਾਂ ਕਿ ਲੋਕਾਂ ਨੂੰ ਅਸਲੀਅਤ ਜਿਹੜੀ ਉਹ ਪਤਾ ਲੱਗ ਸਕੇ। ਮੈਂ ਇਸ ਕਰਕੇ ਸਾਰੀ ਗੱਲ ਲੋਕਾਂ ਸਾਹਮਣੇ ਰੱਖੀ ਆ ਕਿ ਪਿਛਲਾ ਰਿਕਾਰਡ ਇਹਨਾਂ ਸਾਰਿਆਂ ਦਾ ਆ ਜੇ। ਬਿਲਕੁਲ, ਤਾਂ ਸਟੈਂਡ ਸਪਸ਼ਟ ਕਰਨਾ ਚਾਹੀਦਾ। ਤਾਂ ਪਨੂ ਸਾਹਿਬ ਅੱਗੇ ਚੱਲਦੇ ਹਾਂ, ਜਿੱਥੇ ਅੱਜ ਸੋਨੀਆ ਗਾਂਧੀ ਹੋਰਾਂ ਦੇ ਵੱਲੋਂ ਜੀ ਮੀਟਿੰਗ ਕੀਤੀ ਗਈ ਕਾਂਗਰਸ ਦੇ ਵੱਡੇ ਲੀਡਰਾਂ ਦੇ ਨਾਲ। ਉਹਨਾਂ ਨੇ ਇੱਕ G23 ਦੇ ਲੀਡਰਾਂ ਨੂੰ ਵੀ ਥੋੜੀ ਜਿਹੀ ਝਾੜ ਕਹਿ ਸਕਦੇ ਆ ਪਾਈ, ਅਨੁਸ਼ਾਸਨ ਦੇ ਵਿੱਚ ਰਹਿਣ ਦੀ ਗੱਲ ਕਰੀ ਹੈ। ਇਹ ਪੂਰਾ ਮਾਮਲਾ ਕੀ ਹੈ ਜੀ, ਤੇ ਅੰਦਰ ਕੀ ਕੁਝ ਹੋਇਆ? ਜਦੋਂ ਪਿਛਲੀ ਵਾਰੀ ਪਾਰਲੀਮੈਂਟ ਚੋਣਾਂ ਹਾਰ ਗਏ ਸਨ, ਉਹਦੇ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਹੱਥ ਝਾੜਤੇ ਸੀ, ਮੇਰੇ ਨਹੀਂ ਬਸ, ਬਣਾ ਲਓ ਜਿਹਨੂੰ ਬਣਾਉਣਾ ਤੁਸੀਂ, ਨਾਲੇ ਮੈਨੂੰ ਅੱਗੇ ਲਾ ਕੇ ਸਭ ਥਾਵਾਂ ਤੇ ਰੈਲੀਆਂ ਦੇ ਵਿੱਚ ਬੁਲਾਉਂਦੇ ਹੋ, ਸਾਰੀ BJP ਦਾ ਅਟੈਕ ਮੇਰੇ ਤੇ ਮੇਰੇ ਪਰਿਵਾਰ ਤੇ ਹੁੰਦਾ, ਨਾਲੇ ਤੁਸੀਂ ਸਾਰੇ ਇਹ ਕਹਿੰਦੇ ਹੋ ਕਿ ਇਹਦਾ ਕਰਕੇ ਅਸੀਂ ਹਾਰ ਗਏ। ਤੁਸੀਂ ਆਪੋ ਆਪਣੀਆਂ ਸੀਟਾਂ ਤੇ ਕੀ ਕੀਤਾ? ਜਿੱਥੇ ਕਾਂਗਰਸ ਦੀਆਂ ਸਰਕਾਰਾਂ ਉੱਥੇ ਤੁਸੀਂ ਕੀ ਕੀਤਾ ਸੀ? ਸਾਡੇ ਪਰਿਵਾਰ ਨੂੰ ਤੁਸੀਂ ਬੁਰਾ ਬਣਾਉਣ ਵਾਸਤੇ ਰੱਖਿਆ। ਮੈਂ ਨਹੀਂ ਕਰਦਾ ਇਹੋ ਜਿਹੀ ਪ੍ਰਧਾਨਗੀ। ਇਹਨੂੰ ਸਾਰੇ ਮਨਾਉਂਦੇ ਰਹੇ, ਇਹ ਨਹੀਂ ਮੰਨਿਆ। ਫਿਰ ਇਹ ਸੋਚਿਆ ਗਿਆ ਕਿ ਹਾਲ ਦੀ ਘੜੀ ਪ੍ਰਧਾਨ ਨਾ ਕਾਂਗਰਸ ਦਾ ਬਦਲੋ, ਜੇ ਬਦਲਾਂਗੇ ਤੇ ਪੋਜੀਸ਼ਨ ਖਰਾਬ ਹੁੰਦੀ ਆ। ਰਾਹੁਲ ਗਾਂਧੀ ਦੀ ਮਾਤਾ ਨੂੰ ਸੋਨੀਆ ਗਾਂਧੀ ਨੂੰ ਆਖਿਆ ਗਿਆ ਕਿ ਤੁਸੀਂ ਇਸ ਵੇਲੇ ਐਕਟਿੰਗ ਪ੍ਰਧਾਨ ਦੇ ਤੌਰ ਤੇ ਕੰਮ ਸ਼ੁਰੂ ਕਰ ਦਿਓ। ਉਹ ਐਕਟਿੰਗ ਪ੍ਰਧਾਨਗੀ ਕਰਦੀ ਰਹੀ। ਪਿਛਲੇ ਸਾਲ ਇਹਦੇ ਵਿੱਚੋਂ ਸੀਨੀਅਰ ਕਾਂਗਰਸੀ ਮੈਂਬਰਾਂ ਦਾ, ਲੀਡਰਾਂ ਦਾ ਇੱਕ ਗਰੁੱਪ 23 ਦਾ ਖੜਾ ਹੋ ਗਿਆ। ਇਹਨਾਂ ਇੱਕ ਚਿੱਠੀ ਲਿਖ ਦਿੱਤੀ। ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਰਾਹੁਲ ਗਾਂਧੀ ਭੜਕ ਪਿਆ, ਤੁਸੀਂ ਇਹੋ ਜਿਹੀਆਂ ਚਿੱਠੀਆਂ ਲਿਖ ਕੇ ਭਾਜਪਾ ਦਾ ਕੰਮ ਸੌਖਾ ਕਰਦੇ ਜੇ। ਅੱਗੋਂ ਉਹ ਭੜਕ ਪਏ, ਤੇਰੀ ਉਮਰ ਨਾਲੋਂ ਜ਼ਿਆਦਾ ਸਮਾਂ ਸਾਨੂੰ ਕਾਂਗਰਸ ਵਿੱਚ ਹੋ ਗਿਆ, ਅਸੀਂ ਸਾਰੀ ਉਮਰ ਸੇਵਾ ਕੀਤੀ, ਅੱਜ ਸਾਨੂੰ ਤੂੰ BJP ਦੇ ਏਜੰਟ ਦੱਸਦਾ। ਇਹਦੇ ਤੋਂ ਗੱਲ ਬਹੁਤ ਵਧੀ। ਫਿਰ ਸਾਰੀਆਂ ਤਰ੍ਹਾਂ 'ਚ ਸਹਿਮਤੀ ਹੋਈ। ਰਾਹੁਲ ਨੇ ਆਖਿਆ ਜੀ ਮੈਨੂੰ ਗੁੱਸਾ ਇਸ ਕਰਕੇ ਆਇਆ ਕਿ ਮੇਰੀ ਮਾਂ ਬਿਮਾਰ ਹਸਪਤਾਲ ਦਾਖਲ ਸੀ ਤੇ ਤੁਸੀਂ ਇਹੋ ਜਿਹੇ ਮੌਕੇ ਹਮਦਰਦੀ ਕਰਨ ਦੀ ਥਾਂ ਚਿੱਠੀ ਲਿਖ ਕੇ ਸਾਡੇ ਪਰਿਵਾਰ ਨੂੰ ਤੰਗ ਕੀਤਾ। ਦੂਜਿਆਂ ਨੇ ਵੀ ਆਖਿਆ ਸੀ ਗੁੱਸਾ ਛੱਡਿਆ, ਪਰ ਗੁੱਸਾ ਛੱਡ ਕੇ ਵੀ ਦੋਵਾਂ ਤਰ੍ਹਾਂ 'ਚੋਂ ਕਿਸੇ ਨੇ ਗੁੱਸਾ ਛੱਡਿਆ ਨਹੀਂ। ਅੰਦਰੇ ਅੰਦਰ ਲੜਾਈ ਚੱਲਦੀ ਰਹੀ। ਸਮਝਿਆ ਜਾਂਦਾ ਸੀ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਆ ਇੰਨੀ ਕਮਜ਼ੋਰ ਹੋ ਗਈ ਆ ਕਿ ਹੁਣ ਕਿਸੇ ਦੇ ਅੱਗੇ ਬੋਲਣ ਜੋਗੀ ਨਹੀਂ ਰਹਿ ਗਈ। ਅੱਜ ਜਦੋਂ ਪੰਜਾਬ ਦੇ ਮਾਮਲੇ ਤੇ ਪਹਿਲੀ ਵਾਰ ਕਾਂਗਰਸ ਹਾਈ ਕਮਾਂਡ ਨੇ ਖਾਸ ਤੌਰ ਤੇ ਸੋਨੀਆ ਗਾਂਧੀ, ਉਹਦੇ ਪੁੱਤਰ ਤੇ ਧੀ ਨੇ ਸਟੈਂਡ ਲੈ ਲਿਆ। ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਦਿੱਤਾ ਭਾਵੇਂ ਸਾਰੀ ਉਮਰ ਦੀ ਸਾਂਝ ਆ। ਰਾਜੀਵ ਗਾਂਧੀ ਨੂੰ ਤੇ ਸੋਨੀਆ ਗਾਂਧੀ ਨੂੰ ਮਿਲਾਉਣ ਵਾਲਾ ਵੀ ਕਿਸੇ ਵਕਤ ਕਾਲਜ ਦੇ ਵਿੱਚ ਇਹੀ ਕੈਪਟਨ ਅਮਰਿੰਦਰ ਸਿੰਘ ਸੀ। ਇਹ ਗੱਲ ਆਮ ਕਹੀ ਜਾਂਦੀ ਆ। ਇਹ ਵੀ ਹੈ ਕਿ ਇੱਕ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਥੋੜਾ ਜਿਹਾ ਕੌੜਾ ਹੋ ਕੇ ਬੋਲਣ ਲੱਗਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਇਹ ਵੀ ਆਖਿਆ ਸੀ, ਪਾਰਟੀ ਦੇ ਅਹੁਦਿਆਂ ਨੂੰ ਭੁੱਲ ਕੇ ਤੇ ਇੱਕ ਗੱਲ ਦਾ ਚੇਤਾ ਰੱਖ ਕਿ ਮੈਂ ਤੇਰੇ ਪਿਓ ਦਾ ਯਾਰ ਹਾਂ। ਇਹ ਵੀ ਗੱਲ ਆਖੀ ਸੀ। ਉਹ ਹੁਣ ਜਦੋਂ ਕਾਂਗਰਸ ਹਾਈ ਕਮਾਂਡ ਨੇ ਇੱਕ ਵਾਰੀ ਉਹਦੇ ਮਾਮਲੇ 'ਚ ਇਹੋ ਜਿਹਾ ਸਟੈਂਡ ਲੈ ਲਿਆ, ਉਹਦੇ ਨਾਲ ਬਾਕੀ 23 ਨੂੰ ਵੀ ਕੁਝ ਨਾ ਕੁਝ ਕੰਨ ਹੋ ਗਏ ਹੋਣਗੇ। ਅੱਜ ਦੀ ਮੀਟਿੰਗ ਦੇ ਵਿੱਚ ਸੋਨੀਆ ਗਾਂਧੀ ਬਹੁਤ ਸਖਤੀ ਨਾਲ ਪਈ। ਉਹਨੇ ਕਿਹਾ ਤੁਸੀਂ ਸਾਰੇ ਵਾਰ-ਵਾਰ ਮੰਗ ਕਰਦੇ ਹੋ ਕਿ ਫੁੱਲ ਟਾਈਮ ਪ੍ਰਧਾਨ ਚਾਹੀਦਾ, ਬਣਾ ਲਓ ਜਿਹਨੂੰ ਬਣਾਉਣਾ। ਤੁਹਾਨੂੰ ਇਹ ਨਹੀਂ ਦਿਸਦਾ ਕਿ ਬਿਮਾਰ ਹੋਣ ਦੇ ਬਾਵਜੂਦ, ਕਮਜ਼ੋਰ ਸਿਹਤ ਦੇ ਬਾਵਜੂਦ ਮੈਂ ਲਗਾਤਾਰ ਫੁੱਲ ਟਾਈਮ ਕਾਂਗਰਸ ਪ੍ਰੈਜ਼ੀਡੈਂਟ ਵਾਂਗ ਪਾਰਟੀ ਦੀ ਸਾਰੀ ਸੇਵਾ ਕਰ ਰਹੀ ਹਾਂ, ਜ਼ਿੰਮੇਵਾਰੀਆਂ ਸੰਭਾਲ ਰਹੀ ਹਾਂ, ਤੇ ਤੁਹਾਡੀ ਅਜੇ ਵੀ ਤਸੱਲੀ ਨਹੀਂ ਹੋ ਰਹੀ। ਕੋਈ ਨਾ ਕੋਈ ਡਿਸਪਲਿਨ 'ਚ ਰਹਿਣਾ ਚਾਹੀਦਾ। ਤੁਸੀਂ ਸਾਰੇ ਬਾਹਰ ਜਾ ਕੇ ਬੁੜ-ਬੁੜ ਕਰਦੇ ਫਿਰਦੇ ਹੋ, ਇਹ ਕੋਈ ਤਰੀਕਾ ਠੀਕ ਨਹੀਂ। ਜਿਹੜੀ ਹੁਣ ਤੱਕ ਦੀ ਰਿਪੋਰਟ ਆ ਉਹ ਇਹੋ ਹੈ ਕਿ ਸੋਨੀਆ ਗਾਂਧੀ ਬਹੁਤ ਗੁੱਸੇ ਵਿੱਚ ਪਈ ਤੇ ਬਾਕੀ ਚੁੱਪ ਕਰਕੇ ਸੁਣਦੇ ਰਹੇ। ਅੱਗੋਂ ਉਹਨਾਂ ਕਿਸੇ ਨੇ ਇਹਦਾ ਮੋੜਵਾਂ ਜਵਾਬ ਦਿੱਤਾ ਕਿ ਨਹੀਂ ਦਿੱਤਾ, ਜੇ ਦਿੱਤਾ ਤੇ ਕਿੰਨਾ ਕੁ ਕੌੜਾ ਤੇ ਕਿੰਨਾ ਕੁ ਫਿੱਕਾ ਸੀ, ਕੁਝ ਮਿਠਾਸ ਵੀ ਮਾੜੀ ਮੋਟੀ ਹੈਗੀ ਸੀ ਕਿ ਸਿਰਫ ਕੁੜੱਤਨ ਸੀ, ਇਹੋ ਜੀ ਕੋਈ ਗੱਲ ਅਜੇ ਤੱਕ ਸਾਹਮਣੇ ਨਹੀਂ ਆ ਰਹੀ।
ਇੰਨਾ ਸਾਫ਼ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰ ਆ ਜਿਹੜੇ ਨਹਿਰੂ ਗਾਂਧੀ ਫੈਮਿਲੀ ਨੂੰ ਇਹ ਵੀ ਸਮਝਦੇ ਆ ਕਿ ਵੋਟ ਕੈਚਰ ਆ, ਇਹਨਾਂ ਤੋਂ ਬਗੈਰ ਸਾਨੂੰ ਵੋਟਾਂ ਨਹੀਂ ਮਿਲ ਸਕਦੀਆਂ, ਪਰ ਇਹ ਵੀ ਸੋਚਦੇ ਆ ਕਿ ਬੀਬੀ ਜੇ ਪਾਸੇ ਹੋ ਜਾਵੇ, ਇਹਦੇ ਦੋਵੇਂ ਬੱਚੇ ਜਿਹੜੇ ਆ ਪੁੱਤਰ ਤੇ ਧੀ ਪਾਸੇ ਕਰ ਦਿੱਤੇ ਜਾਣ ਤੇ ਫਿਰ ਅਸੀਂ ਲੀਡਰ ਬਣ ਜਾਵਾਂਗੇ। ਪਰ ਕਾਂਗਰਸ ਪਾਰਟੀ ਦੇ ਅੰਦਰ ਹੀ ਕਈ ਲੋਕ ਇਹੋ ਜਿਹੇ ਆ ਜਿਹੜੇ ਸਮਝਦੇ ਆ ਕਿ ਸੋਨੀਆ ਗਾਂਧੀ, ਉਹਦਾ ਪੁੱਤਰ ਤੇ ਧੀ ਹੈ, ਜੇ ਤਿੰਨੇ ਪਾਸੇ ਕਰ ਦਿੱਤੇ ਜਾਣ ਫਿਰ ਕਾਂਗਰਸ ਪਾਰਟੀ ਨੂੰ ਕਿਸੇ ਨੇ ਪੁੱਛਣਾ ਵੀ ਨਹੀਂ। ਜਿਹੜੇ ਇਸ ਵੇਲੇ ਸਾਰੇ ਦੇ ਸਾਰੇ ਇਹ ਸਮਝਦੇ ਆ ਕਿ ਪਿੰਡ ਦੇ ਵਿੱਚੋਂ ਨੰਬਰਦਾਰ ਪਾਸੇ ਹੋ ਜਾਵੇ ਤੇ ਨੰਬਰਦਾਰੀ ਮੈਨੂੰ ਮਿਲ ਜਾਊ, ਉਹਨਾਂ ਚੋਂ ਬਹੁਤੇ ਇਹੋ ਜਿਹੇ ਆ ਜਿਨ੍ਹਾਂ ਨੂੰ ਇਹ ਗਿਆਨ ਹੈ ਕਿ ਜੋ ਮਰਜ਼ੀ ਹੋ ਜਾਵੇ ਆਪਾਂ ਨੂੰ ਨੰਬਰਦਾਰੀ ਕਦੇ ਨਹੀਂ ਮਿਲਣੀ। ਉਹ ਜਿਹੜੀ ਝਾਕ ਰੱਖੀ ਫਿਰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਫੈਮਿਲੀ ਦੇ ਨਾਂ ਤੇ ਉਹਨਾਂ ਨੂੰ ਵੋਟਾਂ ਮਿਲ ਰਹੀਆਂ ਨੇ। ਮੈਂ ਨਿੱਜੀ ਤੌਰ ਤੇ ਸਮਝਦਾ ਕਿ ਡੈਮੋਕ੍ਰੇਸੀ 'ਚ ਇੱਕ ਫੈਮਿਲੀ ਦੇ ਨਾਂ ਦੇ ਉੱਤੇ ਵੋਟਾਂ ਨਹੀਂ ਮਿਲਣੀਆਂ ਚਾਹੀਦੀਆਂ, ਪਰ ਹਿੰਦੁਸਤਾਨ ਦਾ ਲੋਕਤੰਤਰ ਇੰਨਾ ਇਨਫੈਕਟਡ ਲੋਕਤੰਤਰ ਹੈ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਤੁਸੀਂ ਵੇਖਣਾ ਸ਼ੁਰੂ ਕਰ ਦਿਓ। ਸ਼ੇਖ ਅਬਦੁੱਲਾ, ਉਹਦਾ ਪੁੱਤਰ ਫਾਰੂਕ ਅਬਦੁੱਲਾ, ਅੱਗੋਂ ਤੀਸਰਾ ਪੁੱਤਰ ਜਿਹੜੇ ਤੀਸਰੀ ਪੀੜ੍ਹੀ ਉਮਰ ਅਬਦੁੱਲਾ, ਮੁੱਖ ਮੰਤਰੀ ਜੰਮਦੇ ਇਹਨਾਂ ਦੇ ਘਰ। ਮਹਿਬੂਬਾ ਮੁਫਤੀ ਦਾ ਬਾਪ ਮੁਫਤੀ ਮੁਹੰਮਦ ਸਾਇਦ ਮੁੱਖ ਮੰਤਰੀ ਸੀ, ਅੱਗੋਂ ਮਹਿਬੂਬਾ ਜਿਹੜੀ ਆ ਮੁਫਤੀ ਦੀ ਧੀ ਉਹ ਮੁੱਖ ਮੰਤਰੀ ਬਣ ਗਈ। ਸਾਡੇ ਪੰਜਾਬ ਦੇ ਵਿੱਚ ਬਾਦਲ ਪਰਿਵਾਰ ਦੀ ਦੂਸਰੀ ਪੀੜ੍ਹੀ ਇਸ ਵੇਲੇ ਸੁਖਬੀਰ ਸਿੰਘ ਬਾਦਲ ਤਿਆਰ ਹੈ ਮੁੱਖ ਮੰਤਰੀ ਬਣਨ ਵਾਸਤੇ, ਅੱਗੋਂ ਲੋਕਾਂ ਦੀ ਮਰਜ਼ੀ। ਹਰਿਆਣੇ ਦੇ ਵਿੱਚ ਚੌਧਰੀ ਦੇਵੀ ਲਾਲ, ਉਹਦਾ ਪੁੱਤਰ ਓਮ ਪ੍ਰਕਾਸ਼ ਚੌਟਾਲਾ, ਗਾਂਵ ਦੇ ਪੁੱਤਰ ਪੋਤਰਾ ਹੁਣ ਜਿਹੜਾ ਚੌਧਰੀ ਦੇਵੀ ਲਾਲ ਦਾ ਪੜਪੋਤਾ ਡਿਪਟੀ ਮੁੱਖ ਮੰਤਰੀ ਬਣਿਆ ਪਿਆ। ਉੱਤਰ ਪ੍ਰਦੇਸ਼ ਦੇ ਵਿੱਚ ਮੁਲਾਇਮ ਸਿੰਘ ਯਾਦਵ, ਉਹਦਾ ਪੁੱਤਰ ਅਖਿਲੇਸ਼ ਸਿੰਘ ਯਾਦਵ। ਸਾਰੇ ਸੂਬਿਆਂ ਦੇ ਵਿੱਚ ਇਸ ਵੇਲੇ ਪਿਤਾ ਪੁਰਖੀ ਚੱਲੀ ਪਈ ਹੈ। ਜਦੋਂ ਭਾਰਤ ਦਾ ਲੋਕਤੰਤਰ ਇੰਨਾ ਇਨਫੈਕਟਡ ਲੋਕਤੰਤਰ ਹੈ ਕਿ ਪਿਤਾ ਪੁਰਖੀ ਚੱਲੀ ਜਾਂਦੀ ਹੈ, ਤੇ ਫਿਰ ਮੋਤੀ ਲਾਲ ਨਹਿਰੂ ਆਜ਼ਾਦੀ ਲਹਿਰ ਦੇ ਵਿੱਚ ਸੀ, ਜਵਾਹਰ ਲਾਲ ਨਹਿਰੂ ਪਹਿਲਾ ਪ੍ਰਧਾਨ ਮੰਤਰੀ, ਇੰਦਰਾ ਗਾਂਧੀ ਉਸ ਤੋਂ ਬਾਅਦ ਪ੍ਰਧਾਨ ਮੰਤਰੀ, ਵਿੱਚੋਂ ਲਾਲ ਬਹਾਦਰ ਸ਼ਾਸਤਰੀ ਨੂੰ ਥੋੜਾ ਜਿਹਾ ਸਮਾਂ ਮਿਲਿਆ ਸੀ, ਫਿਰ ਰਾਜੀਵ ਗਾਂਧੀ ਵੀ ਪ੍ਰਧਾਨ ਮੰਤਰੀ। ਹੁਣ ਇਹ ਮਾਂ ਪੁੱਤਰ ਤੇ ਧੀ ਤਿੰਨੇ ਚਾਹੁੰਦੇ ਤੇ ਹੈ ਕਿ ਅਸੀਂ ਪ੍ਰਧਾਨ ਮੰਤਰੀ ਬਣ ਜਾਈਏ, ਨਹੀਂ ਗੱਦੀ ਮਿਲਦੀ, ਕੋਈ ਕੀ ਕਰੇ। ਡਾਕਟਰ ਮਨਮੋਹਨ ਸਿੰਘ ਦੇ ਰਾਜ ਵੇਲੇ ਇੱਕ ਵਾਰੀ ਸਟੇਡੀਅਮ 'ਚ ਰਾਹੁਲ ਗਾਂਧੀ ਨੇ ਇਹ ਵੀ ਕਹਿਤਾ ਸੀ, ਮੁਝੇ ਸਭ ਪੁੱਛਤੇ थे राहुल जी आप प्रधानमंत्री कब बनेंगे। मैं कहता हूँ प्रधानमंत्री बनने क्या है, इसका क्या है, वो तो मैं आज शाम को भी बन सकता हूँ। ਇਹਦਾ ਮਤਲਬ ਸੀ ਕਿ ਡਾਕਟਰ ਮਨਮੋਹਨ ਸਿੰਘ ਦਾ ਕੀ ਹੈ, ਇਹਨੂੰ ਤੇ ਐਵੇਂ ਬਿਠਾਇਆ, ਇਹਨੂੰ ਤੇ ਅੱਜ ਸ਼ਾਮ ਨੂੰ ਵੀ ਮੈਂ ਪਾਸੇ ਠਾ ਕੇ ਥਾਂ ਤੇ ਬਹਿ ਸਕਦਾ। ਇਹ ਇਸ ਵਕਤ ਉਦੋਂ ਤੱਕ ਇਹਨਾਂ ਦੀਆਂ ਖਾਸ਼ਾਂ ਬਹੁਤ ਉੱਚੀਆਂ ਸਨ, ਪਰ ਅੱਜ ਹਕੀਕਤਾਂ ਦਾ ਗਿਆਨ ਸਾਰਿਆਂ ਨੂੰ ਹੋ ਚੁੱਕਾ। ਕਾਂਗਰਸ ਲੀਡਰਸ਼ਿਪ ਉਹਨਾਂ ਨੂੰ ਬਦਲਣਾ ਵੀ ਚਾਹੁੰਦੀ ਆ, ਇਸ ਪਰਿਵਾਰ ਨੂੰ, ਪਰ ਇਸ ਗੱਲੋਂ ਵੀ ਡਰਦੀ ਆ ਕਿ ਜੇ ਪਰਿਵਾਰ ਪਾਸੇ ਹੋ ਗਿਆ ਤੇ ਲੋਕ ਇਸ ਪਰਿਵਾਰ ਦੇ ਨਾਂ ਤੇ ਜਿਹੜੀਆਂ 4 ਵੋਟਾਂ ਦਿੰਦੇ ਆ ਕਿਤੇ ਉਹ ਵੀ ਨਾ ਜਾਂਦੀਆਂ ਰਹਿਣ ਤੇ ਅਸਲੋ ਤਸਲੇ ਮੁੱਦੇ ਕਰਕੇ ਫਿਰ ਸਾਨੂੰ ਦੂਸਰੀਆਂ ਪਾਰਟੀਆਂ ਵੱਲ ਜਾ ਕੇ ਉਹਨਾਂ ਲੀਡਰਾਂ ਦੇ ਚਰਨਾਂ ਵਿੱਚ ਨਾ ਬਹਿਣਾ ਪੈ ਜਾਵੇ ਜਿਨ੍ਹਾਂ ਨੂੰ ਹੁਣ ਤੱਕ ਮੰਦਾ ਚੰਗਾ ਕਹਿੰਦੇ ਰਹੇ। ਇਸ ਕਰਕੇ ਕਾਂਗਰਸ ਪਾਰਟੀ ਮੁਸ਼ਕਲ 'ਚ ਫਸੀ ਪਈ ਆ। ਆਪਾਂ ਸਾਹਿਬ ਅੱਗੇ ਉਹੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਗੱਲ ਕਰ ਲਈਏ ਜੀ। ਸਿਹਤ ਉਹਨਾਂ ਦੀ ਨਾਜ਼ੁਕ ਹੈ, ਹਸਪਤਾਲ 'ਚ ਦਾਖਲ ਨੇ, ਤੇ ਉਸ ਹਸਪਤਾਲ ਦੇ ਵਿੱਚੋਂ ਕੁਝ ਕੁ ਫੋਟੋਜ਼ ਉਹਨਾਂ ਦੀਆਂ ਵਾਇਰਲ ਹੋਈਆਂ ਨੇ ਜਿਸ ਤੇ ਉਹਨਾਂ ਦੀ ਧੀ ਨੇ ਇਤਰਾਜ਼ ਵੀ ਜਤਾਇਆ। ਇਹ ਇਤਰਾਜ਼ ਜਤਾਉਣਾ ਤੁਸੀਂ ਕਿਵੇਂ ਦੇਖਦੇ ਹੋ ਤੇ ਪੂਰਾ ਮਾਮਲਾ ਕੀ ਹੈ ਜੀ? ਦੇਖੋ, ਇੱਕ ਲਫ਼ਜ਼ ਹੁੰਦਾ ਅੰਗਰੇਜ਼ੀ 'ਚ ਪ੍ਰਾਈਵੇਸੀ, ਜਿਹਨੂੰ ਅਸੀਂ ਪੰਜਾਬੀ ਵਿੱਚ ਹਿੰਦੀ 'ਚ ਨਿਜਤਾ ਜਾਂ ਨਿਜਤਵ ਕਹਿੰਦੇ ਆ। ਇਹ ਹਰ ਇੱਕ ਦੀ ਕੁਝ ਪ੍ਰਾਈਵੇਸੀ ਹੁੰਦੀ ਆ, ਉਸ ਪ੍ਰਾਈਵੇਸੀ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਤੇ ਸਾਰੀ ਦੁਨੀਆ ਦੇ ਵਿੱਚ ਖਾਸ ਤੌਰ ਤੇ ਵਿਕਸਿਤ ਦੇਸ਼ਾਂ ਦੇ ਵਿੱਚ ਇਸ ਗੱਲ ਦਾ ਸਤਿਕਾਰ ਕੀਤਾ ਜਾਂਦਾ। ਸਾਡੇ ਦੇਸ਼ ਵਿੱਚ ਇਹਦੀ ਅਜੇ ਰਵਾਇਤ ਪੱਕੀ ਨਹੀਂ ਹੋਈ। ਮੈਂ ਕੱਲ ਵੀ ਆਖਿਆ ਸੀ ਕਿ ਇੱਕ ਬੰਦਾ ਨਿਹੰਗ ਸਿੰਘਾਂ ਨੇ ਮਾਰ ਦਿੱਤਾ, ਜੇ ਗਲਤ ਕੀਤਾ ਤੇ ਉਹਨੇ ਕੀਤਾ, ਮਾਰਿਆ ਗਿਆ ਤੇ ਉਹ ਮਾਰਿਆ ਗਿਆ, ਉਹਦੀ ਘਰਵਾਲੀ ਦਾ ਨਾਮ ਹੀ ਦਿੱਤਾ ਗਿਆ, ਗਲਤ ਕੀਤਾ। ਪਰ ਸਭ ਤੋਂ ਗਲਤ ਇਹ ਹੈ ਕਿ ਉਹਦੀਆਂ ਨਾਬਾਲਗ 3 ਬੱਚੀਆਂ ਉਹਨਾਂ ਦੇ ਨਾਂ ਦਿੱਤੇ ਗਏ ਆ ਤੇ ਅੱਜ ਇੱਕ ਸਾਈਟ ਵਾਲਿਆਂ ਨੇ ਉਹਨਾਂ ਦੀਆਂ ਫੋਟੋ ਵੀ ਦੇ ਦਿੱਤੀਆਂ ਨੇ। ਇਹ ਗਲਤ ਹੈ, ਗੈਰ ਕਾਨੂੰਨੀ ਹੈ, ਨਹੀਂ ਦੇਣਾ ਚਾਹੀਦਾ। ਦੂਸਰਾ ਪਾਸਾ ਇਹ ਆ ਕਿ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਵਿੱਚ ਇਹੋ ਜਿਹੇ ਮੌਕਿਆਂ ਦੇ ਉੱਤੇ ਕੋਈ ਬਿਮਾਰ ਹੋਵੇ, ਉਹਦੀਆਂ ਹਸਪਤਾਲ ਦੀਆਂ ਫੋਟੋ ਇਸ ਤਰ੍ਹਾਂ ਰਿਲੀਜ਼ ਨਹੀਂ ਕੀਤੀਆਂ ਜਾਂਦੀਆਂ। ਇਹ ਕੁਝ ਪਰਿਵਾਰ ਦੀ ਮਰਜ਼ੀ ਤੇ ਹੁੰਦਾ। ਭਾਰਤ ਦਾ ਹੋਣ ਵਾਲਾ ਜਿਹੜਾ ਸਿਹਤ ਮੰਤਰੀ ਹੈ, ਨਰਿੰਦਰ ਮੋਦੀ ਸਰਕਾਰ ਦਾ ਸਿਹਤ ਮੰਤਰੀ ਮਿਸਟਰ ਮਾਂਡਵੀਆ, ਉੱਥੇ ਡਾਕਟਰ ਮਨਮੋਹਨ ਸਿੰਘ ਦਾ ਪਤਾ ਲੈਣ ਗਿਆ, ਚੰਗੀ ਗੱਲ ਕੀਤੀ, ਪਰ ਜਦੋਂ ਮਿਲਣ ਗਿਆ ਤੇ ਨਾਲ ਕੈਮਰਿਆਂ ਵਾਲੇ ਲੈ ਗਿਆ ਕਿ ਪਤਾ ਲੱਗੇ ਮੰਤਰੀ ਜੀ ਪਤਾ ਲੈਣ ਆਏ ਸਨ। ਡਾਕਟਰ ਮਨਮੋਹਨ ਸਿੰਘ ਦੀ ਪਤਨੀ ਬੀਬੀ ਗੁਰਸ਼ਰਨ ਕੌਰ ਨੇ ਆਖਿਆ ਵੀ ਕਿ ਕੈਮਰੇ ਬੰਦ ਕਰ ਦਿਓ, ਕਹਿੰਦੇ ਜੀ ਕਰਤੇ ਆ। ਇਹਦੇ ਬਾਵਜੂਦ ਬਾਹਰ ਆ ਕੇ ਸਿਹਤ ਮੰਤਰੀ ਨੇ ਉਹ ਸਾਰੀਆਂ ਫੋਟੋ ਜਿਹੜੀਆਂ ਸਨ ਸੋਸ਼ਲ ਮੀਡੀਆ ਤੇ ਪਾਤੀਆਂ ਕਿ ਮੈਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਪਤਾ ਲੈ ਕੇ ਆਇਆ। ਯਾਨੀ ਪਤਾ ਲੈਣਾ ਉਹਨਾਂ ਜ਼ਰੂਰੀ ਨਹੀਂ ਸੀ ਜਿੰਨਾ ਲੋਕਾਂ ਨੂੰ ਇਹ ਪਤਾ ਦੇਣਾ ਜ਼ਰੂਰੀ ਸੀ ਕਿ ਮੈਂ ਉਹਦਾ ਪਤਾ ਲੈਣ ਗਿਆ। ਇਹ ਪਤਾ ਲੈਣ ਗਿਆ, ਲੋਕਾਂ ਨੂੰ ਪਤਾ ਦੇਣ ਦੇ ਚੱਕਰ ਵਿੱਚ ਜਿਸ ਤਰ੍ਹਾਂ ਨੇ ਫੋਟੋ ਪਾਈਆਂ, ਇਹਦੇ ਤੋਂ ਡਾਕਟਰ ਮਨਮੋਹਨ ਸਿੰਘ ਦੀ ਧੀ ਦਮਨ ਨੇ ਬਹੁਤ ਜ਼ਿਆਦਾ ਗੁੱਸਾ ਕੀਤਾ ਔਰ ਉਹਨੇ ਆਖਿਆ ਕਿ ਮੇਰਾ ਬਾਪ ਕੋਈ ਇਹੋ ਜਿਹੀ ਚੀਜ਼ ਨਹੀਂ
ਜਿਹਨੂੰ ਸ਼ੋਅ ਪੀਸ ਬਣਾ ਕੇ ਤੁਸੀਂ ਲੋਕਾਂ ਨੂੰ ਵਿਖਾਉਂਦੇ ਰਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂ ਪਾਈਆਂ। ਉਹਦੇ ਤੋਂ ਬਾਅਦ ਸਿਹਤ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਫੋਟੋ ਡਿਲੀਟ ਕੀਤੀਆਂ ਨੇ। ਮੈਂ ਸਮਝਦਾ ਇਹਦੇ ਤੋਂ ਬਾਕੀ ਲੋਕਾਂ ਨੂੰ ਵੀ ਸਬਕ ਸਿੱਖਣਾ ਚਾਹੀਦਾ। ਇਹੋ ਜਿਹੀ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਇਹ ਹੋਸ਼ੀਆਂ ਹਰਕਤਾਂ ਨੇ। ਕਿਸੇ ਪਰਿਵਾਰ ਦੀ ਪ੍ਰਾਈਵੇਸੀ ਜਿਹੜੀ ਆ ਉਹਦਾ ਸਤਿਕਾਰ ਕੀਤਾ ਜਾਣਾ ਚਾਹੀਦਾ। ਇਸ ਤਰ੍ਹਾਂ ਦੀਆਂ ਫੋਟੋ ਇੱਕ ਚਸਕੇ ਨਹੀਂ ਲੈਣੇ ਚਾਹੀਦੇ। ਪੰਨੂ ਸਾਹਿਬ, ਅੱਗੇ ਇੰਗਲੈਂਡ ਦੀ ਗੱਲ ਕਰ ਲਈਏ ਜੀ, ਜਿੱਥੇ ਉੱਥੋਂ ਦੇ ਇੱਕ MP ਸਾਹਿਬ ਸਪੀਚ ਦੇ ਰਹੇ ਸੀਗੇ ਤੇ ਉਹਨਾਂ ਤੇ ਹਮਲਾ ਹੋ ਗਿਆ ਜੀ। ਇਹ ਪੂਰਾ ਮਾਮਲਾ ਕੀ ਸੀਗਾ ਜੀ? ਅੱਜ ਕੱਲ ਇਹੋ ਜਿਹੇ ਹਮਲੇ ਬਹੁਤ ਹੋ ਰਹੇ ਨੇ। ਅਜੇ 2 ਦਿਨ ਪਹਿਲਾਂ ਇੱਕ ਨੌਜਵਾਨ ਨੇ ਤੀਰ ਕਮਾਨ ਲੈ ਕੇ ਤੇ ਉਹਦੇ ਨਾਲ ਨਾਰਵੇ 'ਚ 5-6 ਬੰਦੇ ਮਾਰ ਦਿੱਤੇ ਸਨ। ਕੱਲ ਉੱਥੇ ਇੰਗਲੈਂਡ ਦੇ ਵਿੱਚ ਬਹੁਤ ਸੀਨੀਅਰ ਉਹਨਾਂ ਦੇ ਪਾਰਲੀਮੈਂਟ ਮੈਂਬਰ ਸਰ ਡੇਵਿਡ ਐਮਸ ਦੇ ਉੱਤੇ ਹਮਲਾ ਕੀਤਾ ਗਿਆ। ਉਹ ਸਾਊਥ ਐਂਡ ਵੈਸਟ ਹਲਕੇ ਤੋਂ ਪਾਰਲੀਮੈਂਟ ਮੈਂਬਰ ਸੀ, ਕੰਜ਼ਰਵੇਟਿਵ ਪਾਰਟੀ ਵੱਲੋਂ MP ਸੀ। ਔਰ ਕਮਾਲ ਦੀ ਗੱਲ ਜਿਹੜੀ ਹੈ ਦੱਸਣ ਵਾਲੀ ਉਹ ਇਹ ਕਿ 1983 ਤੋਂ ਲੈ ਕੇ 1983 ਤੋਂ ਪਿਛਲੇ 38 ਸਾਲਾਂ ਤੋਂ ਲਗਾਤਾਰ ਪਾਰਲੀਮੈਂਟ ਦਾ ਮੈਂਬਰ ਬਣਦਾ ਰਿਹਾ। ਇਹਦੇ ਦਰਮਿਆਨ 2-3 ਵਾਰ ਉਹਦੀ ਪਾਰਟੀ ਦੀ ਸਰਕਾਰ ਵੀ ਆਈ। ਜਦੋਂ ਮਾਰਗਰੇਟ ਥੈਚਰ ਉੱਥੇ ਪ੍ਰਧਾਨ ਮੰਤਰੀ ਹੁੰਦੀ ਸੀ, ਉਸ ਵਕਤ ਤੋਂ ਲੈ ਕੇ ਉਹ ਬਣਦਾ ਆ ਰਿਹਾ। ਉਹਨੇ ਅੱਜ ਤੱਕ ਕਦੇ ਇਹ ਮੰਗ ਨਹੀਂ ਕੀਤੀ ਮੈਨੂੰ ਮੰਤਰੀ ਬਣਾਓ। ਇੱਕ ਵਾਰ ਵੀ ਮੰਤਰੀ ਨਹੀਂ ਬਣਿਆ। ਉਹ ਲੋਕਾਂ ਦੀ ਸੇਵਾ ਕਰਨ ਵਾਸਤੇ ਇੰਨਾ ਮਸ਼ਹੂਰ ਸੀਗਾ, ਇੰਨਾ ਲੋਕਾਂ 'ਚ ਪ੍ਰਵਾਨਿਤ ਸੀ ਕਿ ਬਹੁਤ ਵੱਡੇ ਫਰਕ ਤੇ ਸ਼ਾਇਦ ਪਿਛਲੀ ਵਾਰੀ ਵੀ 15-16 ਹਜ਼ਾਰ ਜਾਂ 18 ਹਜ਼ਾਰ ਦੇ ਫਰਕ ਉੱਤੇ ਜਿੱਤਿਆ ਸੀ। ਸਾਡੇ ਭਾਰਤ ਵਿੱਚ 15-18 ਹਜ਼ਾਰ ਦਾ ਫਰਕ ਕੱਖ ਨਹੀਂ ਹੁੰਦਾ। ਇੱਥੇ ਲੋਕੀ 5-5 ਲੱਖ ਤੇ ਵੀ ਜਿੱਤਦੇ ਆ, ਪਰ ਉੱਥੇ ਕੰਸਟੀਚੁਐਂਸੀ ਛੋਟੀ ਹੁੰਦੀ ਆ। ਉੱਥੇ 10,000 ਤੋਂ ਵੱਧ ਦਾ ਫਰਕ ਬਹੁਤ ਵੱਡਾ ਫਰਕ ਗਿਣਿਆ ਜਾਂਦਾ, ਔਰ ਵੱਡੇ ਫਰਕ ਨਾਲ ਹਰ ਵਾਰੀ ਜਿੱਤਦਾ ਸੀ। ਤੇ ਹੁਣ ਤੱਕ ਸ਼ਾਇਦ ਉਹ 10 ਦੇ ਨੇੜੇ ਇੰਨੀ ਕੁ ਵਾਰ ਉਹ ਲਗਾਤਾਰ ਚੁਣਿਆ ਗਿਆ ਸੀ। 1983 ਤੋਂ ਲੈ ਕੇ ਹੁਣ ਤੱਕ 38 ਸਾਲ ਲਗਾਤਾਰ ਪਾਰਲੀਮੈਂਟ ਦਾ ਮੈਂਬਰ ਰਹਿਣਾ, ਔਰ ਇਸੇ ਕਰਕੇ ਉੱਥੋਂ ਦੀ ਸਰਕਾਰ ਵੱਲੋਂ ਉਹਨੂੰ ਸਰ ਦਾ ਖਿਤਾਬ ਵੀ ਦਿੱਤਾ ਗਿਆ ਸੀ। ਉਹ ਕੱਲ ਆਪਣੀ ਕੰਸਟੀਚੁਐਂਸੀ 'ਚ ਇੱਕ ਥਾਂ ਤੇ ਚਰਚ ਵਿੱਚ ਬੋਲਦਾ ਪਿਆ ਸੀ, ਇੱਕ ਬੰਦੇ ਨੇ ਆ ਕੇ ਚਾਕੂ ਮਾਰ-ਮਾਰ ਕੇ ਉਹਨੂੰ ਮਾਰ ਦਿੱਤਾ। ਇਦਾਂ ਦੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ, ਨਿਊਜ਼ੀਲੈਂਡ 'ਚ ਇਹੋ ਜਿਹੀਆਂ 2 ਘਟਨਾਵਾਂ ਵਾਪਰੀਆਂ ਸਨ, ਉਹ ਮਾੜੀਆਂ ਸਨ। ਸ੍ਰੀਲੰਕਾ 'ਚ ਵਾਪਰੀ ਮਾੜੀ ਸੀ, ਉੱਥੇ ਜਾ ਕੇ ਜੇ ਉਹ ਨਾਰਵੇ 'ਚ ਵਾਪਰੀ ਆ ਤੇ ਮਾੜੀ ਆ। ਇਹ ਤੋਂ ਪਹਿਲਾਂ ਫਰਾਂਸ ਦੇ ਵਿੱਚ 2-3 ਵਾਰ ਇਦਾਂ ਦੀਆਂ ਘਟਨਾਵਾਂ ਵਾਪਰੀਆਂ, ਮਾੜੀਆਂ ਨੇ। ਅਜੇ ਉੱਥੋਂ ਦੀ ਸਰਕਾਰ ਨੇ ਡਿਕਲੇਅਰ ਨਹੀਂ ਕੀਤਾ ਕਿ ਅੱਤਵਾਦੀ ਘਟਨਾ, ਪਰ ਜੋ ਕੁਝ ਹੋਇਆ ਇਹ ਅੱਤਵਾਦ ਤੋਂ ਘੱਟ ਨਹੀਂ। ਇਹਦੀ ਸਾਰਿਆਂ ਨੂੰ ਨਿੰਦਾ ਨਿਖੇਧੀ ਕਰਨੀ ਚਾਹੀਦੀ ਆ, ਕਿਉਂਕਿ ਜੋ ਉੱਥੇ ਹੋਇਆ ਉਹ ਕਿਸੇ ਹੋਰ ਥਾਂ ਵੀ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦਾ। ਬਿਲਕੁਲ। ਤਾਂ ਪੰਨੂ ਸਾਹਿਬ, ਅੱਗੇ ਗੱਲ ਕਰ ਲਈਏ ਤਾਂ ਅਫਗਾਨਿਸਤਾਨ ਦੇ ਵਿੱਚ ਇੱਕ ਵਾਰ ਫੇਰ ਅਜਿਹਾ ਮਾਮਲਾ ਆਇਆ ਕਿ ਉੱਥੋਂ ਦੇ ਗੁਰਦੁਆਰਾ ਸਾਹਿਬ ਕਰਤੇ ਪ੍ਰਵਾਨ ਦੇ ਵਿੱਚ ਜੀ ਤਾਲਿਬਾਨੀਆਂ ਫੌਜਾਂ ਹਥਿਆਰਾਂ ਸਮੇਤ ਅੰਦਰ ਚਲੀਆਂ ਗਈਆਂ ਜੀ, ਜਿਸ ਦਾ ਕਾਫੀ ਰੋਸ ਵੀ ਉੱਥੇ ਦੀ ਸਿੱਖ ਸੰਗਤ ਦੇ ਵਿੱਚ ਪਾਇਆ ਜਾ ਰਿਹਾ। ਇਹ ਪੂਰਾ ਮਾਮਲਾ ਕੀ ਹੈ ਜੀ? ਉੱਥੇ ਕਾਬਲ ਦੇ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ਹੈ, ਜਿੱਥੇ ਗੁਰੂ ਨਾਨਕ ਸਾਹਿਬ ਗਏ ਸੀ। ਉਸ ਗੁਰਦੁਆਰੇ ਦੇ ਵਿੱਚ 3-4 ਵਾਰ ਇਦਾਂ ਦੀਆਂ ਘਟਨਾਵਾਂ ਹੋ ਗਈਆਂ। ਪਿਛਲੀ ਸਰਕਾਰ ਜਦੋਂ ਅਸ਼ਰਫ ਗਨੀ ਸੀ, ਉੱਥੇ ਹਮਲਾ ਵੀ ਹੋਇਆ, ਬਹੁਤ ਸਾਰੇ ਲੋਕ ਮਾਰੇ ਗਏ ਸਨ। ਹੁਣ ਤਾਲਿਬਾਨ ਦਾ ਰਾਜ ਆਉਣ ਤੋਂ ਬਾਅਦ ਦੂਸਰੀ ਵਾਰ ਹੋਇਆ ਕਿ ਹਥਿਆਰਬੰਦ ਬੰਦੇ ਅੰਦਰ ਚਲੇ ਗਏ। ਇਹ ਜਿਹੜੇ ਅੰਦਰ ਬੰਦੇ ਗਏ, ਇਹਨਾਂ ਨੇ ਆਖਿਆ ਜੀ ਅਸੀਂ ਸਪੈਸ਼ਲ ਯੂਨਿਟ ਦੇ ਲੋਕ ਹਾਂ। ਉਹਨਾਂ ਜਿਹੜਾ ਗਾਰਡ ਰੱਖਿਆ ਸੀ ਗੁਰਦੁਆਰੇ ਦੇ ਉੱਤੇ, ਗਾਰਡ ਰੋਕਣ ਲੱਗਾ, ਉਹਨੂੰ ਧੱਕਾ ਮਾਰ ਕੇ ਉਹਦੇ ਨਾਲ ਜ਼ਬਰਦਸਤੀ ਕਰਕੇ ਅੰਦਰ ਚਲੇ ਗਏ। ਅੰਦਰ ਜਾ ਕੇ ਇੱਕ ਚੀਜ਼ ਦੀ ਤਲਾਸ਼ੀ ਲਈ, ਜਿਵੇਂ ਪਤਾ ਨਹੀਂ ਉੱਥੋਂ ਕੀ ਲੱਭਦੇ ਫਿਰਦੇ ਹੋਣ। ਬੇਹੁਰਮਤੀ ਕੀਤੀ ਗਈ, ਬੇਅਦਬੀ ਕੀਤੀ ਗਈ। ਉਹਦੇ ਨਾਲ ਜੁੜਵਾ ਜਿਹੜਾ ਮਕਾਨ ਆ, ਉਹਦੇ ਵਿੱਚ ਰਿਹਾਇਸ਼ ਆ ਉੱਥੋਂ ਦੇ ਪਾਰਲੀਮੈਂਟ ਮੈਂਬਰ ਦੀ। ਪਿਛਲੀ ਸਰਕਾਰ ਵੇਲੇ ਘੱਟ ਗਿਣਤੀਆਂ ਦੇ ਕੋਟੇ 'ਚੋਂ ਜਿਹੜਾ ਸਰਦਾਰ ਸਿੱਖ ਉੱਥੇ ਪਾਰਲੀਮੈਂਟ ਮੈਂਬਰ ਸੀ, ਉਹਦੀ ਰਿਹਾਇਸ਼ ਦੇ ਵਿੱਚ ਵੀ ਫਿਰ ਉਹ ਸਪੈਸ਼ਲ ਯੂਨਿਟ ਦੇ ਜਿਹੜੇ ਹਥਿਆਰਬੰਦ ਬੰਦੇ ਆ ਉੱਥੇ ਗਏ ਤੇ ਉਹਨਾਂ ਨੇ ਉੱਥੇ ਵੀ ਜਾ ਕੇ ਇੱਕ ਚੀਜ਼ ਦੀ ਤਲਾਸ਼ੀ ਲਈ ਆ। ਔਰ ਤਲਾਸ਼ੀ ਲੈਣ ਲੱਗਿਆ ਨਾਲ ਉੱਥੇ ਜਿਹੜੇ ਲੋਕ ਨੇ ਸਾਰਿਆਂ ਦੀ ਰੱਜ ਕੇ ਬੇਇੱਜ਼ਤੀ ਕੀਤੀ ਗਈ, ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਗਈ ਹੈ। ਉੱਥੋਂ ਦੇ ਸਿੱਖਾਂ ਨੇ ਇੱਕ ਵਾਰ ਫਿਰ ਭਾਰਤ ਦੀ ਸਰਕਾਰ ਦੇ ਕੋਲੇ ਬੇਨਤੀ ਕੀਤੀ ਹੈ ਕਿ ਅਸੀਂ ਤਾਂ ਇੱਥੇ ਰਹਿ ਹੀ 200-400 ਗਏ ਹਾਂ, ਸਾਡੀ ਬਾਂਹ ਫੜਨ ਵਾਲਾ ਇੱਥੇ ਹੈਗਾ ਕੋਈ ਨਹੀਂ। ਅਸੀਂ ਇਹ ਸਮਝਦੇ ਹਾਂ ਕਿ ਤੁਸੀਂ ਉੱਥੇ ਬੈਠੇ ਕਿਸੇ ਨਾ ਕਿਸੇ ਤਰੀਕੇ ਜੇ ਇੱਥੋਂ ਦੀ ਅਫਗਾਨਿਸਤਾਨ ਦੀ ਨਵੀਂ ਸਰਕਾਰ ਨਾਲ ਤਾਲਿਬਾਨ ਨਾਲ ਗੱਲ ਕਰੋ, ਭਾਰਤ ਦਾ ਵਿਦੇਸ਼ ਮੰਤਰੀ ਤਾਲਿਬਾਨ ਦੇ ਵਿਦੇਸ਼ ਮੰਤਰੀ ਨਾਲ ਗੱਲ ਕਰੇ ਤੇ ਕੋਈ ਰਾਹ ਨਿਕਲ ਸਕਦਾ, ਸਾਡਾ ਬਚਾਅ ਕਰੋ। ਹੁਣ ਮੁਸ਼ਕਲ ਇਹ ਹੈ ਕਿ ਭਾਰਤ ਨੇ ਅਜੇ ਤੱਕ ਨਵੀਂ ਸਰਕਾਰ ਨੂੰ, ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ, ਔਰ ਮਾਨਤਾ ਦੇਣ ਦੇ ਅਜੇ ਹਾਲਾਤ ਵੀ ਨਹੀਂ ਬਣੇ। ਅਮਰੀਕਾ ਵਾਲੇ ਮਾਨਤਾ ਨਹੀਂ ਦੇ ਰਹੇ, ਦੁਨੀਆ ਦੇ ਇੱਕ ਵੀ ਦੇਸ਼ ਨੇ ਅਜੇ ਮਾਨਤਾ ਜਦੋਂ ਨਾ ਦਿੱਤੀ ਹੋਵੇ, ਭਾਰਤ ਮਾਨਤਾ ਨਹੀਂ ਦੇ ਸਕਦਾ। ਪਰ ਪਿਛਲੇ ਮਹੀਨੇ ਇੱਕ ਮੀਟਿੰਗ ਹੋਈ ਸੀ, ਭਾਰਤ ਦੇ ਰਾਜਦੂਤ ਨਾਲ ਤਾਲਿਬਾਨ ਦਾ ਦੂਤ ਆ ਕੇ ਮਿਲਿਆ ਸੀ ਕਤਰ ਦੇ ਵਿੱਚ ਤੇ ਗੱਲਬਾਤ ਕੀਤੀ ਗਈ ਸੀ। ਇਹਦਾ ਮਤਲਬ ਗੱਲਬਾਤ ਕੁਝ ਨਾ ਕੁਝ ਤੇ ਆਪਸ ਵਿੱਚ ਚੱਲਦੀ ਆ, ਜਿੰਨੀ ਚੱਲਦੀ ਆ ਉਹਨੂੰ ਅੱਗੇ ਵਧਾਉਣਾ ਚਾਹੀਦਾ ਔਰ ਵਧਾ ਕੇ ਕੋਸ਼ਿਸ਼ ਕਰਨੀ ਚਾਹੀਦੀ ਆ। ਉੱਥੇ ਤਾਲਿਬਾਨ ਦਾ ਰਾਜ ਆ ਤੇ ਰਵੇ,
ਤਾਲਿਬਾਨ ਦੇ ਰਾਜ ਦੇ ਬਾਵਜੂਦ ਅਫਗਾਨਿਸਤਾਨ ਦੇ ਵਿੱਚੋਂ ਕੁਝ ਨਾ ਕੁਝ ਸਮਾਨ ਈਰਾਨ ਦੇ ਤੇ ਹੋਰ ਦੇਸ਼ਾਂ ਦੇ ਰਾਹੀਂ ਭਾਰਤ ਤੱਕ ਪਹੁੰਚਦਾ ਪਿਆ। ਜੇ ਟ੍ਰੇਡ ਚੱਲਦਾ, ਜੇ ਵਪਾਰ ਚੱਲਦਾ ਤੇ ਕੋਈ ਨਾ ਕੋਈ ਗੱਲਬਾਤ ਚੱਲਦੀ ਹੋਵੇਗੀ ਤਾਂ ਹੀ ਚੱਲਦਾ। ਜੇ ਉਹ ਚੱਲਦੀ ਹੈ ਤੇ ਜਿਹੜੇ ਲੋਕ ਉੱਥੇ ਫਸੇ ਨੇ, ਜਿਨ੍ਹਾਂ ਦੀ ਜਾਨ ਇਸ ਵੇਲੇ ਖਤਰੇ 'ਚ ਹੈ, ਮੈਂ ਜਾਨ ਤੇ ਮਾਲ ਇਸ ਕਰਕੇ ਨਹੀਂ ਕਹਿੰਦਾ ਕਿ ਮਾਲ ਇਸ ਵੇਲੇ ਮਾਮੂਲੀ ਗੱਲ ਹੈ, ਉਹ ਆ ਜਾਣਗੇ ਤੇ ਇੱਥੋਂ ਦੇ ਲੋਕ ਉਹਨਾਂ ਦੀ ਬਥੇਰੀ ਮਦਦ ਕਰ ਸਕਦੇ ਆ। ਸਭ ਤੋਂ ਵੱਡੀ ਗੱਲ ਇਹ ਕਿ ਜਾਨ ਹੈ ਤਾਂ ਜਹਾਨ ਹੈ। ਉਹਨਾਂ ਲੋਕਾਂ ਦੇ ਪਰਿਵਾਰਾਂ ਦੀ ਜਾਨ ਖਤਰੇ 'ਚ ਹੈ, ਇਸ ਕਰਕੇ ਉਹਨਾਂ ਦੀ ਜਿਸ ਤਰ੍ਹਾਂ ਦੀ ਲੋੜ ਹੋਵੇ ਮਦਦ ਕਰਨੀ ਚਾਹੀਦੀ ਆ। ਔਰ ਨਾਲ ਅਫਗਾਨਿਸਤਾਨ ਨੂੰ ਕਹਿਣਾ ਚਾਹੀਦਾ ਕਿ ਸਾਰੇ ਦੇਸ਼ਾਂ ਦੇ ਵਿੱਚ ਘੱਟ ਗਿਣਤੀਆਂ ਦੇ ਸਥਾਨਾਂ ਦੀ ਰਾਖੀ ਕੀਤੀ ਜਾਂਦੀ ਹੈ ਤੇ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੇ ਹਿੰਦੂ ਸਥਾਨ ਨੇ ਉਹ ਵੀ ਤੇ ਜਿਹੜੇ ਸਿੱਖ ਸਥਾਨ ਨੇ ਉਹ ਵੀ, ਇਹਨਾਂ ਧਰਮ ਸਥਾਨਾਂ ਦੇ ਵਿੱਚ ਇਸ ਤਰ੍ਹਾਂ ਬੇਹਰਮਤੀ ਨਾ ਕੀਤੀ ਜਾਵੇ। ਆਪਣੇ ਹਥਿਆਰਬੰਦ ਦਸਤਿਆਂ ਨੂੰ ਕਹੋ ਕਿ ਉਹ ਇਸ ਤਰ੍ਹਾਂ ਗਾਇਬ ਗਏ ਉੱਥੇ ਜਾ ਕੇ ਇਸ ਤਰ੍ਹਾਂ ਦੀ ਦਹਿਸ਼ਤ ਨਾ ਫੈਲਾਉਣ। ਤਾਂ ਪੰਨੂ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਜੀ, ਪ੍ਰੋਗਰਾਮ ਦੇ ਵਿੱਚ ਆਏ ਜੀ, ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਮਿਹਰਬਾਨੀ। ਤਾਂ ਫਿਲਹਾਲ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਫਿਰ ਮਿਲਾਂਗੇ। ਧੰਨਵਾਦ।